अस्सलामुअलैकुम ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਨਾਲੋਂ ਨਾਲ ਮੈਨੂੰ ਲਾਈਕ ਵੀ ਕਰਦੇ ਰਹੋ ਤੇ ਨਾਲੋਂ ਨਾਲ ਸਬਸਕ੍ਰਾਈਬ ਵੀ ਕਰਦੇ ਰਹੋ ਤੇ ਚਲੋ ਹੁਣ ਇਹ ਤੇ ਮੈਂ ਗੱਲ ਕਰ ਲਈ ਨਾਲ ਕਰ ਲੈਂਦੇ ਹਾਂ ਮਹਿਕਮਾ ਮੌਸਮੀਆਤ ਦੇ ਹਵਾਲੇ ਨਾਲ ਗੱਲ ਕਿ -1 2 ਇਸ ਤਰ੍ਹਾਂ ਟੈਂਪਰੇਚਰ ਚੱਲ ਰਿਹਾ ਬੜੀ ਠੰਡ ਹੈ ਬਈ ਬੜੀ ਸਰਦੀ ਹੈ ਤੇ ਬੈਠੇ ਆ ਹੀਟਿੰਗ ਲਾ ਕੇ ਤੇ ਬੜੀਆਂ ਸਰਦੀਆਂ ਨੇ ਤੇ ਬਾਕੀ ਹੁਣ ਆ ਜਾਨੇ ਆ ਅਸੀਂ ਅੱਜ ਦੇ ਮੌਜੂ ਦੀ ਤਰਫ ਲਿਖੇ ਜੋ ਖਤ तुम्हें तो तेरी याद में हजारों रंग के नजारे बन गए सवेरा जब हुआ तो फूल बन गए जो रात आई तो सितारे बन गए ਬਈ ਗਾਣੇ ਦਾ ਤੇ ਬੜਾ ਬੇੜਾ ਗਰਕ ਕੀਤਾ ਭੁੱਲ ਰਹੀ ਸਾਂ ਬਾਰ-ਬਾਰ ਯਾਦ ਨਹੀਂ ਆ ਰਹੇ ਸਨ ਅਲਫਾਜ਼ ਪਰ ਇਹ ਵੀ ਕਿ ਖਤ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਖਤ ਜਦੋਂ ਲਿਖਿਆ ਜਾਂਦਾ ਸੀ ਨਾਇਬ ਜ਼ਮਾਨਿਆਂ 'ਚ ਖਤ ਚਿੱਠੀ ਦਾ ਲਫ਼ਜ਼ ਉਹਦੇ ਵਾਸਤੇ ਆਂਦਾ ਸੀ ਚਿੱਠੀ ਲਿਖਣਾ ਖਤ ਦਾ ਲਫ਼ਜ਼ ਵੀ ਹੁੰਦਾ ਸੀ ਕਿ ਖਤ ਆਇਆ ਸਾਂ ਪਰ ਜਿਵੇਂ ਆਪਣੀ ਜ਼ਬਾਨ ਵਿੱਚ ਕਿਹਾ ਕਹਿੰਦਾ ਸੀ ਚਿੱਠੀ ਲਿਖ ਦਵੋ ਚਿੱਠੀ ਪਾ ਦਵੋ ਚਿੱਠੀ ਆ ਗਈ ਹੈ चिट्ठी जरा सैया जी के नाम लिख दे हाल मेरे दिल का तमाम लिख दे ਤੇ ਚਿੱਠੀ ਲਿਖੀ ਜਾਂਦੀ ਸੀ ਸਈਆਂ ਜੀ ਨੂੰ ਤੇ ਭਰਾ ਜੀ ਨੂੰ ਤੇ ਭੈਣ ਜੀ ਨੂੰ ਤੇ ਸਾਰਿਆਂ ਨੂੰ ਚਿੱਠੀ ਲਿਖੀ ਜਾਂਦੀ ਸੀ ਚਿੱਠੀ ਦਾ ਇੰਨਾ ਇੱਕ ਜ਼ਰੂਰਤ ਵੀ ਹੁੰਦੀ ਸੀ ਔਰ ਆਪਸ 'ਚ ਰਾਬਤੇ ਦਾ ਇੱਕ ਦੂਸਰੇ ਨਾਲ ਗੱਲ ਕਰਨ ਦਾ ਕੋਈ ਪੈਗਾਮ ਪਹੁੰਚਾਉਣ ਦਾ ਕੁਛ ਵੀ ਹੋਰ ਜ਼ਰੀਆ ਨਹੀਂ ਸੀ ਸਵਾਏ ਚਿੱਠੀ ਦੇ ਤੇ ਚਿੱਠੀ ਹੀ ਲਿਖ ਕੇ ਇੱਕ ਦੂਸਰੇ ਨੂੰ ਇਤਲਾਹ ਕੀਤੀ ਜਾਂਦੀ ਸੀ ਕਿਸੇ ਦੇ ਘਰ ਮੁੰਡਾ ਹੋ ਗਿਆ ਕਿਸੇ ਦੇ ਘਰ ਕੁੜੀ ਹੋਈ ਏ ਕਿਸੇ ਦੇ ਬੱਚੇ ਦਾ ਵਿਆਹ ਰੱਖਿਆ ਗਿਆ ਵੇ ਦਿਨ ਮਿੱਧੇ ਗਏ ਨੇ ਤੇ ਫਿਰ ਕਹਿੰਦੇ ਸਨ ਕਿ ਬਈ ਚਲੋ ਬਈ ਹੁਣ ਖਤ ਲਿਖ ਦੇਵੋ ਸਾਰਿਆਂ ਨੂੰ ਚਿੱਠੀ ਲਿਖ ਕੇ ਪਾ ਦੇਵੋ ਬਈ ਸ਼ਾਦੀ ਦੀ ਤਿਆਰੀ ਕਰ ਲੈਣ ਸਾਰੇ ਤੇ ਚਿੱਠੀ ਬੜਾ ਇੱਕ ਅਹਿਮ ਜ਼ਰੀਆ ਹੁੰਦਾ ਸੀ ਲਾਜ਼ਮੀ ਜੀ ਗੱਲ ਇਹ ਉਦੋਂ ਫੋਨ ਤੇ ਹੁੰਦੇ ਨਹੀਂ ਸਨ ਤੇ ਫੋਨ ਨਹੀਂ ਸੀ ਤੇ ਫਿਰ ਚਿੱਠੀ ਇੱਕ ਹੁੰਦਾ ਸੀ ਜ਼ਰੀਆ ਕਿ ਸਾਰੇ ਭੈਣ ਭਰਾ ਇੱਕ ਦੂਸਰੇ ਨੂੰ ਜੋ ਇੱਕ ਦੂਸਰੇ ਦੀ ਖਬਰਚਾਰ ਲੈਂਦੇ ਸਨ ਜਿਹੜਾ ਇੱਕ ਦੂਸਰੇ ਨਾਲ ਗੱਲਬਾਤ ਦਾ ਜ਼ਰੀਆ ਸੀ ਉਹ ਚਿੱਠੀ ਸੀ ਹਰ ਕਿਸਮ ਦੀ ਇਤਲਾਹ ਚਿੱਠੀ ਦੇ ਜ਼ਰੀਏ ਕੀਤੀ ਜਾਂਦੀ ਸੀ ਚਿੱਠੀ ਆਉਂਦੀ ਸੀ ਤੇ ਇਸ ਤਰ੍ਹਾਂ ਹੋ ਜਾਂਦਾ ਸੀ ਸਾਰਾ ਘਰ ਖਿਲ ਉੱਠਦਾ ਸੀ ਵੀ ਚਿੱਠੀ ਆਈ ਏ ਡਾਕੀਆ ਜਦੋਂ ਗਲੀ ਜਾਂਦਾ ਸੀ ਉਹਦੀ ਇੱਕ ਖਾਸ ਇੱਕ ਘੰਟੀ ਹੁੰਦੀ ਸੀ ਸਾਈਕਲ ਦੇ ਟੜਿੰਗ 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 ਉਹਨੇ ਗਲੀ ਦੇ ਨੁੱਕਰ ਤੋਂ ਵਜਾਣਾ ਵੀ ਸਾਰਾ ਮਹੱਲਾ ਨਿਕਲ ਕੇ ਮੁੰਡੀਆਂ ਕੱਢ ਕੇ ਬਾਹਰ ਆ ਜਾਂਦਾ ਸੀ ਕਿ ਡਾਕੀਏ ਦੇ ਆਉਣ ਦੀ ਇੰਨੀ ਖੁਸ਼ੀ ਹੁੰਦੀ ਸੀ ਯਕੀਨ ਮੰਨੋ ਮੈਂ ਤੇ ਅੱਜ ਇਸ ਤਰ੍ਹਾਂ ਹੀ ਬੈਠ ਗਈ ਵਾਲ ਵੀ ਮੇਰੇ ਸਾਰੇ ਖਿਲਰੇ ਹੋ ਰਹੇ ਡਾਕੀਏ ਦੀ ਆਉਣ ਦੀ ਇੰਨੀ ਖੁਸ਼ੀ ਹੁੰਦੀ ਸੀ ਕਿ ਪਤਾ ਨਹੀਂ ਬਈ ਆਪਣਾ ਕੋਈ ਕਰੀਬੀ ਅਜ਼ੀਜ਼ ਵੀ ਆ ਜਾਵੇ ਨਾ ਇੰਨੀ ਖੁਸ਼ੀ ਨਹੀਂ ਹੁੰਦੀ ਸੀ ਜਿੰਨੀ ਡਾਕੀਏ ਦੇ ਆਉਣ ਦੀ ਖੁਸ਼ੀ ਹੁੰਦੀ ਸੀ ਵੀ ਡਾਕੀਏ ਦੀ ਟੱਲੀ ਵੱਜਣੀ ਹੈ ਸਾਰਿਆਂ ਨੇ ਆ ਜਾਣਾ ਜਿਹਨੂੰ ਖਤ ਮਿਲ ਜਾਂਦਾ ਸੀ ਉਹ ਤੇ ਹੋ ਜਾਂਦਾ ਸੀ ਖੁਸ਼ ਤੇ ਜੇ ਨਹੀਂ ਮਿਲਦਾ ਸੀ ਉਹ ਫਿਰ ਦੂਸਰੇ ਦਿਨ ਦਾ ਇੰਤਜ਼ਾਰ ਕਰਦਾ ਸੀ ਤੁਸੀਂ ਖਤ ਲਿਖਦੇ ਸੋ ਖਤ ਬੜੇ ਅਹਿਤਮਾਮ ਨਾਲ ਲਿਖਿਆ ਜਾਂਦਾ ਸੀ ਔਰ ਫਿਰ ਉਹ ਇੱਕ ਕਾਪੀ ਦੇ ਕਿਸੇ ਵੀ ਸਫ਼ੇ 'ਤੇ ਕਾਗਜ਼ 'ਤੇ ਕਾਪੀ 'ਤੇ ਕੁਛ ਲੋਕ ਲੈਟਰ ਪੈਡ ਦਾ ਇਸਤੇਮਾਲ ਕਰਦੇ ਸਨ ਮੁਖਤਲਿਫ ਤਰੀਕੇ ਹੁੰਦੇ ਸਨ ਕੋਈ ਸਾਦਾ ਕਾਪੀ ਦਾ ਹੀ ਸਫ਼ਾ ਪਾੜਿਆ ਬੱਚੇ ਕਿਸੇ ਨੂੰ ਕਿਹਾ ਬਈ ਲਾ ਲਿਖ ਜ਼ਿਆਦਾਤਰ ਉਦੋਂ ਲੋਕਾਂ ਦੀ ਤਾਦਾਦ ਐਸੀ ਸੀ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਆਮ ਲੋਕ ਨਹੀਂ ਸਨ ਤੇ ਫਿਰ ਉਹ ਬੱਚੇ ਨੂੰ ਕਹਿਣਾ ਲਿਆ ਵੀ ਪੁੱਤਰ ਲਿਆ ਉਹਨੇ ਕਾਪੀ ਵਿੱਚ ਸਫ਼ਾ ਪਾੜਨਾ ਤੇ ਲਿਖ ਕੇ ਤੇ ਖਤ ਲਿਖ ਕੇ ਤੇ ਪਾ ਦੇਣਾ ਪਰ ਖਤ ਜਿਹੜਾ ਪਾਇਆ ਜ਼ਰੂਰ ਜਾਂਦਾ ਸੀ ਭੈਣ ਭਰਾਵਾਂ ਨੂੰ ਦੀ ਖੈਰੀਅਤ ਦਰਿਆਫਤ ਕੀਤੀ ਜਾਂਦੀ ਸੀ ਇੰਨਾ ਖਿਆਲ ਰੱਖਿਆ ਜਾਂਦਾ ਸੀ ਕਿ ਵੀ ਪਤਾ ਕਰੋ ਅਗਲੇ ਨੂੰ ਖਤ ਪਾਓ ਰੈਗੂਲਰ ਖਤ ਹੁੰਦੇ ਸਨ ਕਿ ਜਿਹਦੇ ਨਾਲ ਖਤੋ ਕਿਤਾਬਤ ਸਾਰੇ ਭੈਣ ਭਰਾਵਾਂ ਨਾਲ ਖਤੋ ਕਿਤਾਬਤ ਬਹੁਤ ਜ਼ਰੂਰੀ ਹੁੰਦਾ ਸੀ ਔਰ ਹਰ ਇੱਕ ਜਿੱਦਣ ਖਤ ਆਂਦਾ ਸੀ ਚਿੱਠੀ ਆ ਗਈ ਏ ਬਈ ਉਸੇ ਵੇਲੇ ਫਿਰ ਜਵਾਬ ਲਿਖਣਾ ਜ਼ਰੂਰੀ ਹੋ ਜਾਂਦਾ ਸੀ ਕਿ ਛੇਤੀ ਛੇਤੀ ਜਵਾਬ ਲਿਖੋ ਅਗਲੇ ਨੂੰ ਆਪਣੀ ਖੈਰੀਅਤ ਦਾ ਦੱਸੋ ਔਰ ਖਤ ਦਾ ਮਜ਼ਮੂਨ ਵੀ मिलता जुलता ही होता सी अस्सलाम वालेकुम हम सब खैरियत से हैं आपकी खैरियत नेक मतलूब है हमारे ये हो गया वो हो गया सारी फिर तफसील लेके आखिर कहना कि आपके लिए दुआओं का तलबगार तो इस तरह करके एक जुमले होंगे सन दवाइया जे तो फिर वो ख़त्म कर दिता जाता सी खत
ਤੇ ਬਾਅਦ ਦਫ਼ਾ 2 ਸਫ਼ਿਆਂ ਦਾ ਵੀ ਖਤ ਹੋ ਜਾਂਦਾ ਸੀ। ਕੋਈ ਮਸਲਾ ਐਸਾ ਹੁੰਦਾ ਸੀ ਕਿ ਵੀ ਫਲਾਣਾ ਬਿਮਾਰ ਹੋ ਗਿਆ, ਫਲਾਣਾ ਇਹ ਹੋ ਗਿਆ, ਫਲਾਣਾ ਬੱਚਾ ਪਾਸ ਹੋ ਗਿਆ, ਇਹਦਾ ਇਹ ਹੋ ਗਿਆ। ਉਹ ਸਾਰੀ ਖਤੋ ਕਿਤਾਬਤ ਇੰਨੀ ਅਹਿਮ ਹੁੰਦੀ ਸੀ। ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ, ਉਹਨਾਂ ਨੇ ਤਾਂ ਬਕਾਇਦਾ ਫਾਈਲਾਂ ਬਣਾਈਆਂ ਹੁੰਦੀਆਂ ਸਨ ਕਿ ਇੱਕ ਤਾਇਆ ਅੱਬੂ ਦਾ ਮਲੇਸ਼ੀਆ ਤੋਂ ਖਤ ਆਉਂਦਾ ਸੀ, ਉਹ ਇੱਕ ਫਾਈਲ 'ਚ ਲੱਗਦਾ ਸੀ। ਮੇਰੇ ਫੁੱਫੋ ਦੇ ਖਤ ਆਉਂਦੇ ਸੀ, ਸਾਰੇ ਫਾਈਲਾਂ 'ਚ ਲਾ ਕੇ ਰੱਖਦੇ ਸਨ। ਕਹਿੰਦੇ ਸਨ ਫਿਰ ਜਵਾਬ ਦੇਣ ਵਿੱਚ ਆਸਾਨੀ ਰਹਿੰਦੀ ਹੈ। ਪੁਰਾਣਾ ਖਤ ਪਿਆ ਹੁੰਦਾ ਵੇ, ਕਿਸੇ ਨੇ ਕੁਛ ਗੱਲ ਪੁੱਛੀ ਹੈ, ਕੁਛ ਕੀਤਾ ਵੇ ਤਾਂ ਉਹ ਫਿਰ ਆਸਾਨੀ ਰਹਿੰਦੀ। ਸਪੈਸ਼ਲੀ ਮਲੇਸ਼ੀਆ ਤੋਂ ਜਿਹੜੇ ਖਤ ਆਉਂਦੇ ਸਨ ਮੇਰੇ ਤਾਇਆ ਅੱਬੂ ਦੇ, ਤੇ ਉਹ ਮੇਰੇ ਅੱਬੂ ਜਿਹੜੇ ਨੇ ਬੜਾ ਸੰਭਾਲ ਕੇ ਰੱਖਦੇ ਸਨ। ਉਹਦੀ ਉਹਨਾਂ ਨੇ ਫਾਈਲ ਬਣਾਈ ਹੋਈ ਸੀ ਇੱਕ, ਔਰ ਫਾਈਲ ਵਿੱਚ ਰੱਖਦੇ ਸਨ। ਫਿਰ ਜਦੋਂ ਖਤ ਆ ਜਾਣਾ ਤੇ ਉਦੋਂ ਫਿਰ ਸਾਰੇ ਮਤਲਬ ਹੁਰਾਂ ਕਿ ਵੀ ਸਾਰੇ ਬੈਠ ਕੇ ਸੁਣਦੇ ਸਨ। ਸਾਡੇ ਅੱਬੂ ਉਸ ਵੇਲੇ ਡਿਊਟੀ 'ਤੇ ਗਏ ਹੁੰਦੇ ਸਨ। ਫਿਰ ਉਹ ਅੰਦੋ ਮੈਂ ਕਾਣਾ ਰਾਜਾ ਅਸੀਂ ਹੁੰਦੇ ਸਾਂ। ਉਹ ਖਤ ਪੜ੍ਹਿਆ ਜਾਂਦਾ ਸੀ, ਸਾਰੇ ਬੈਠ ਕੇ ਸੁਣਦੇ ਸਨ। ਬਈ ਯਕੀਨ ਮੰਨੋ, ਉਹ ਜ਼ਮਾਨੇ ਜਿਹਨਾਂ ਨੇ ਦੇਖੇ ਨੇ, ਕਿ ਮੈਂ ਕੋਈ ਗਲਤ ਬਿਆਨੀ ਨਹੀਂ ਕਰ ਰਹੀ, ਲੇਕਿਨ ਜਿਹੜੇ ਉਸ ਜ਼ਮਾਨੇ ਦੇ ਹੈਗੇ ਨੇ, ਜਿਨ੍ਹਾਂ ਨੇ ਉਹ ਜ਼ਮਾਨੇ ਦੇਖੇ ਨੇ, ਉਹ ਇਸ ਗੱਲ ਦੇ ਗਵਾਹ ਹੋਣਗੇ ਕਿ ਉਸ ਜ਼ਮਾਨੇ 'ਚ ਖਤ ਬੜਾ ਸ਼ੌਕ ਨਾਲ ਸੁਣਿਆ ਜਾਂਦਾ ਸੀ। ਸਾਰੇ ਘਰ ਵਾਲੇ ਕਹਿੰਦੇ ਸਨ ਵੀ ਖਤ ਆਇਆ, ਸੁਣੋ ਖਤ 'ਚ ਕੀ ਲਿਖਿਆ ਵੇ। ਫਿਰ ਇੱਕ ਬੰਦਾ ਪੜ੍ਹਦਾ ਸੀ, ਬਾਕੀ ਸਾਰੇ ਸੁਣਦੇ ਸਨ ਆਰਾਮ ਦੇ ਨਾਲ। ਫਿਰ ਉਸ ਤੋਂ ਬਾਅਦ ਉਹਨੂੰ ਰੱਖ ਦਿੱਤਾ ਜਾਂਦਾ ਸੀ। ਰਾਤ ਨੂੰ ਜਦੋਂ ਅੱਬੂ ਆਉਂਦੇ ਸਨ, ਉਹਨਾਂ ਨੂੰ ਬੜੇ ਘਰ ਦੇ, ਕਿਸੇ ਵੀ ਸਾਡੇ ਘਰ ਦੇ ਵਿੱਚ ਅੱਬੂ ਆਉਂਦੇ ਸਨ ਜਾਂ ਕਿਸੇ ਵੀ ਘਰ ਦਾ ਜੋ ਬਜ਼ੁਰਗ ਹੁੰਦਾ ਸੀ, ਕਿ ਉਹਨਾਂ ਨੂੰ ਦੱਸਿਆ ਜਾਂਦਾ ਸੀ ਵੀ ਖਤ ਆਇਆ। ਉਹ ਫਿਰ ਅੱਗੋਂ ਜਵਾਬ ਲਿਖਵਾਉਂਦੇ ਸਨ ਕਿ ਵੀ ਇਹ ਲਿਖੋ ਜਵਾਬ। ਖਤ ਕੱਚਾ ਹੁੰਦਾ ਸੀ, ਉਹਨੂੰ ਕੱਚਾ ਕਰਕੇ ਲਿਖਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਉਹਨੂੰ ਪੱਕਾ ਕੀਤਾ ਜਾਂਦਾ ਸੀ। ਸਾਡੇ ਅੱਬੂ ਨੇ ਵੀ ਕਹਿਣਾ ਚਲੋ ਲਿਖੋ, ਫਿਰ ਅਸੀਂ ਲਿਖਣਾ। ਫਿਰ ਅੱਬੂ ਨੇ ਕਹਿਣਾ ਹੁਣ ਇਹਨੂੰ ਪੱਕਾ ਕਰ ਲਵੋ, ਵਿੱਚ ਕੋਈ ਗਲਤੀ ਹੋ ਗਈ, ਕੁਛ ਹੋ ਗਿਆ, ਉਹਨੂੰ ਕਟਵਾ ਦੇਣਾ ਜੁਮਲੇ ਨੂੰ, ਦੁਬਾਰਾ ਫਿਰ ਉਹਨੂੰ ਸਹੀ ਕਰਕੇ ਲਿਖਵਾਉਣਾ। ਫਿਰ ਕਹਿਣਾ, ਇੱਕ ਦਫ਼ਾ ਉਹਨਾਂ ਨੇ ਫੜ ਕੇ ਪੜ੍ਹਨਾ, ਉਹਨਾਂ ਨੇ ਕਹਿਣਾ ਠੀਕ ਹੈ ਜੀ, ਉਹ ਪੱਕਾ ਕਰ ਲਓ। ਪੱਕਾ ਕਰਕੇ ਫਿਰ ਜਲਦੀ ਜਲਦੀ ਉਹਨੂੰ ਲਿਫਾਫੇ ਘਰ ਹੀ ਲਿਆ ਕੇ ਰੱਖੇ ਹੁੰਦੇ ਸਨ, ਅਤੇ ਉਹ ਐਡਰੈਸ ਲਿਖ ਕੇ ਬਿਲਕੁਲ ਰੈਡੀ ਕਰ ਦਿੱਤਾ ਜਾਂਦਾ ਸੀ, ਤਾਂ ਕਿ ਸਵੇਰੇ ਹੀ ਉਹਨੂੰ ਪੋਸਟ ਕਰ ਦਿੱਤਾ ਜਾਵੇ। ਇਹ ਨਾ ਹੋਵੇ ਕਿ ਬਈ ਲੇਟ ਹੋ ਜਾਵੇ। ਇੰਨੀ ਅਹਿਮ ਹੁੰਦੀ ਸੀ ਇਹ ਗੱਲ ਕਿ ਖਤ ਛੇਤੀ ਛੇਤੀ ਲਿਖੋ ਔਰ ਛੇਤੀ ਛੇਤੀ ਖਤ ਨੂੰ ਪੋਸਟ ਕਰੋ, ਤਾਂ ਕਿ ਤੁਹਾਡੇ ਭੈਣ ਭਰਾ ਜਿਹੜੇ ਤੁਹਾਡੇ ਵਾਸਤੇ ਫਿਕਰਮੰਦ ਨੇ, ਤੁਹਾਡੇ ਵਾਸਤੇ ਪਰੇਸ਼ਾਨ ਨੇ, ਉਹਨਾਂ ਨੂੰ ਤੁਹਾਡੀ ਖੈਰੀਅਤ ਮਿਲੇ, ਛੇਤੀ ਇਤਲਾਹ ਮਿਲੇ। ਉਹ ਫਿਰ ਛੇਤੀ ਖਤ ਲਿਖਿਆ ਜਾਂਦਾ ਸੀ, ਛੇਤੀ ਛੇਤੀ ਜਵਾਬ ਦਿੱਤਾ ਜਾਂਦਾ ਸੀ, ਔਰ ਬੜਾ ਇੱਕ ਲਗਨ। ਫਿਰ ਅੱਜ ਤੁਸੀਂ ਖਤ ਲਿਖ ਦਿੱਤਾ ਵੇ ਔਰ ਸਪੁਰਦ ਕਰ ਆਏ ਹੋ ਲੈਟਰ ਬਾਕਸ 'ਤੇ, ਲਾਲ ਰੰਗ ਦੇ ਲੈਟਰ ਬਾਕਸ ਹੁੰਦੇ ਸਨ, ਉਹਦੇ ਵਿੱਚ ਇਸ ਤਰ੍ਹਾਂ ਕਰਕੇ ਪਾਉਣਾ ਇੰਨਾ ਸ਼ੌਕ ਹੁੰਦਾ ਸੀ ਕਿ ਅਸੀਂ ਪਾਈਏ, ਪਤਾ ਨਹੀਂ ਉਹਦੇ ਵਿੱਚ ਅੰਦਰੋਂ ਕੀ ਸਾਨੂੰ ਖਜ਼ਾਨਾ ਮਿਲ ਜਾਣਾ, ਪਰ ਪਾਉਣਾ ਅਸੀਂ ਜ਼ਰੂਰ ਹੈ ਉਹਦੇ ਵਿੱਚ, ਹੱਥ ਅਸੀਂ ਪਾ ਕੇ ਅੰਦਰ ਲੈਟਰ ਕਰਨਾ। ਉਹ ਜਦੋਂ ਲੈਟਰ ਬਾਕਸ ਹੁੰਦੇ ਸਨ, ਉਹਨਾਂ ਵਿੱਚ ਫਿਰ ਪਾਉਣਾ। ਫਿਰ ਉਸੇ ਦਿਨ ਤੋਂ ਇੰਤਜ਼ਾਰ ਸ਼ੁਰੂ ਹੋ ਜਾਂਦਾ ਸੀ ਕਿ ਹੁਣ ਫੁੱਫੋ ਨੂੰ ਖਤ ਲਿਖਿਆ, ਉਹਨਾਂ ਦਾ ਜਵਾਬ ਆਉਣਾ ਹੈ। ਖਾਲਾ ਨੂੰ ਖਤ ਲਿਖਿਆ, ਉਹਨਾਂ ਦਾ ਜਵਾਬ ਆਉਣਾ। ਤਾਇਆ ਅੱਬੂ ਨੂੰ ਖਤ ਲਿਖਿਆ, ਉਹਨਾਂ ਦਾ ਜਵਾਬ ਆਉਣਾ ਹੈ। ਚਾਚੀ ਨੂੰ ਖਤ ਲਿਖਿਆ, ਉਹਨਾਂ ਦਾ ਜਵਾਬ ਆਉਣਾ ਹੈ। ਤੇ ਉਹ ਫਿਰ ਖਤ ਦਾ ਇੰਤਜ਼ਾਰ ਕੀਤਾ ਜਾਂਦਾ ਸੀ, ਜਿਹਨੂੰ ਵੀ ਲਿਖ ਦਿੱਤਾ ਜਾਂਦਾ ਸੀ। ਔਰ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਹੈਂਡ ਰਾਈਟਿੰਗ ਦੀ ਬੜੀ ਪਹਿਚਾਣ ਹੁੰਦੀ ਸੀ। ਜਿੱਦਣ ਫਿਰ ਖਤ ਆਉਂਦਾ ਸੀ, ਉਹ ਵੈਸੇ ਤਾਂ ਦੂਸਰੇ ਪਾਸੇ ਐਡਰੈਸ ਵੀ ਲਿਖਿਆ ਹੁੰਦਾ ਸੀ, ਪਰ ਰਾਈਟਿੰਗ ਤੋਂ ਉੱਪਰੋਂ ਪਤਾ ਚੱਲ ਜਾਂਦਾ ਸੀ ਕਿ ਫੁੱਫੋ ਦਾ ਖਤ ਆਇਆ ਵੀ, ਇਸ ਫਲਾਣੇ ਦਾ ਖਤ ਆਇਆ ਵੀ। ਇੰਨਾ ਖੁਸ਼ ਹੁੰਦੇ ਸਾਂ ਅਸੀਂ ਕਿ ਵੀ ਖਤ ਨਹੀਂ ਹੁੰਦਾ ਸੀ ਜਿਵੇਂ ਪਤਾ ਨਹੀਂ ਕਿ ਕਿਹੜੀ ਸਾਨੂੰ ਕੋਈ ਦੌਲਤ ਮਿਲ ਜਾਂਦੀ ਸੀ। लिख पढ़े होते अगर तो तुमको खत लिखते, इस खत में तुम्हें हम क्या क्या लिखने के बहाने लिखते। लिख पढ़े होते अगर तो तुमको खत लिखते। ਇਹ ਮੈਂ ਗੱਲ ਇਸ ਤੋਂ ਕਹੀਏ ਕਿ ਸਾਡੀ ਖਾਲਾ ਅੱਲਾ ਜੰਨਤ ਨਸੀਬ ਕਰੇ ਮਲੇਸ਼ੀਆ ਰਹਿੰਦੇ ਸਨ। ਉਹ ਸਾਨੂੰ ਖਤ ਲਿਖਦੇ ਸਨ। ਇੰਨੀ ਟੁੱਟੀ ਫੁੱਟੀ ਉਹਨਾਂ ਦੀ ਉਰਦੂ ਸੀ, ਉਹਨਾਂ ਨੇ ਉੱਥੋਂ ਕਿਸੇ ਕੋਲੋਂ ਸਿੱਖੀ ਸੀ ਕਿ ਕਿ ਵੀ ਮੈਂ ਖਤ ਉੱਥੇ ਭੇਜਾਂਗੀ ਅਤੇ ਕੋਈ ਉਹ ਪੜ੍ਹ ਤੇ ਸਕੇ। ਉਹਨਾਂ ਨੇ ਫਿਰ ਆਪਣੀ ਕੋਸ਼ਿਸ਼ ਦੇ ਨਾਲ ਉਰਦੂ ਥੋੜ੍ਹੀ ਬਹੁਤ ਸਿੱਖੀ। ਉਹ 'ਚ ਇਮਲਾ ਦੀਆਂ ਬੜੀਆਂ ਗਲਤੀਆਂ ਹੁੰਦੀਆਂ ਸਨ, ਉਹਦੇ ਵਿੱਚ ਜੁਮਲੇ ਵੀ ਸਹੀ ਨਹੀਂ ਹੁੰਦੇ ਸਨ, ਲੇਕਿਨ ਮਤਲਬ ਸਮਝ ਆ ਜਾਂਦਾ ਸੀ। ਉਹ ਫਿਰ ਖਾਲਾ ਦਾ ਖਤ ਆਉਂਦਾ ਸੀ ਅਤੇ ਉਹ ਖਾਲਾ ਵਿਚਾਰੀ ਉਰਦੂ 'ਚ ਘੜੀਸ ਘੜੂਸ ਕੇ ਜੁਮਲੇ ਸਾਡੇ ਵਾਸਤੇ ਖਾਲਾ ਨੇ ਲਿਖੇ ਹੁੰਦੇ ਸਨ ਕਿ ਇਹ ਪੜ੍ਹ ਸਕਣ। ਉਹ ਫਿਰ ਅਸੀਂ ਪੜ੍ਹਦੇ ਸਨ। ਪਰ ਖਾਲਾ ਦੀ ਦੇਖੋ ਅਜ਼ਮਤ ਨੂੰ ਸਲਾਮ ਕਿ ਉਹਨਾਂ ਨੇ ਫਿਰ ਉਰਦੂ ਸਿੱਖੀ ਖਤ ਲਿਖਣ ਵਾਸਤੇ ਕਿ ਬਈ ਮੇਰੀਆਂ ਭੈਣਾਂ ਨੂੰ ਕੀ ਕਹਿੰਦੇ ਨੇ, ਮੈਂ ਖਤ ਲਿਖਾਂ ਅਤੇ ਉੱਥੋਂ ਜਵਾਬ ਆਵੇ। ਅਤੇ ਅਸੀਂ ਫਿਰ ਲਿਖਣੇ ਹੁੰਦੇ ਸਾਂ। ਖਾਲਾ ਜਦੋਂ ਫਿਰ ਆਉਂਦੇ ਸਾਂ, ਅਸੀਂ ਕਹਿਣਾ ਖਾਲਾ ਤੁਸੀਂ ਇੰਨੇ ਮੁਸ਼ਕਲ ਜੁਮਲੇ ਲਿਖਦੇ ਹੋ, ਸਾਨੂੰ ਬਾਅਦ ਸਮਝ ਨਹੀਂ ਆਉਂਦਾ, ਬੜੀ ਕੋਸ਼ਿਸ਼ ਕਰਕੇ ਜਿੱਦੋ ਜਹਿਦ ਤੋਂ ਬਾਅਦ ਸਮਝ ਆਉਂਦਾ। ਖਾਲਾ ਨੇ ਕਹਿਣਾ ਕਿ ਵੀ ਮੈਂ ਥੋੜ੍ਹੀ ਬਹੁਤ ਸਿੱਖੀ ਹੈ ਕਿਸੇ ਕੋਲੋਂ, ਕਿ ਤੁਹਾਡੇ ਨੂੰ ਮੈਂ ਆਪਣੀ ਖੈਰੀਅਤ ਦਾ
ਤੁਹਾਡਾ ਦੱਸ ਦੇਵਾਂ ਤੇ ਤੁਹਾਡਾ ਪੁੱਛ ਲਵਾਂ। ਇਸ ਤਰ੍ਹਾਂ ਮੁਹੱਬਤਾਂ ਹੁੰਦੀਆਂ ਸਨ ਕਿ ਦੂਰੋਂ ਲੋਕ ਜਿਹੜੇ ਰਹਿੰਦੇ ਸਨ, ਭੈਣ ਭਰਾ ਜਿਹੜੇ ਜੁੜਦੇ ਸਨ, ਦੋਸਤ ਅਹਿਬਾਬ ਵੀ ਖਤੋ ਕਿਤਾਬਤ ਕਰਦੇ ਸਨ, ਸਹੇਲੀਆਂ ਸਹੇਲੀਆਂ ਇੱਕ ਦੂਸਰੇ ਨੂੰ ਖਤ ਲਿਖਦੀਆਂ ਸਨ। ਅਤੇ ਉਹ ਯਕੀਨ ਮੰਨੋ ਅਸੀਂ ਵੀ ਬਾਜ਼ ਦਫਾ ਸਾਡੀ ਕੀ ਕਹਿੰਦੇ ਨੇ, ਅਗਰ ਕੋਈ ਦੋਸਤ ਬਿਮਾਰ ਹੋ ਜਾਂਦੀ ਸੀ ਨਾ ਸਕੂਲ ਦੀ, ਉਸ ਮੁਹੱਲੇ 'ਚ ਕੋਈ ਕੁੜੀ ਰਹਿੰਦੀ ਹੁੰਦੀ ਸੀ, ਫਿਰ ਉਹਨੂੰ ਖਤ ਲਿਖ ਕੇ ਦਿੰਦੇ ਹੁੰਦੇ ਸੀ ਕਿ ਬਈ ਸਾਡੇ ਵੱਲੋਂ ਉਹਨੂੰ ਜਾ ਕੇ ਉਹਨੂੰ ਖਤ ਦੇ ਦੀ, ਵਿਚਾਰੀ ਬੜੀ ਬਿਮਾਰ ਹੈ, ਜ਼ਰਾ ਉਹਦੀ ਖੈਰੀਅਤ ਪਤਾ ਚੱਲ ਜਾਵੇ। ਅਤੇ ਬੱਚੇ ਵੀ ਆਪਸ 'ਚ ਇੱਕ ਦੂਸਰੇ ਨੂੰ ਖਤੋ ਕਿਤਾਬਤ ਕਰਦੇ ਹੁੰਦੇ ਸਨ, ਸਹੇਲੀਆਂ ਵੀ ਇਸ ਤਰ੍ਹਾਂ। ਖਤ ਦੀ ਬੜੀ ਅਹਿਮੀਅਤ ਸੀ ਕਿਉਂਕਿ ਉਦੋਂ ਫ਼ੋਨ ਇੰਨਾ ਆਮ ਨਹੀਂ ਸੀ, ਉਦੋਂ ਕੁਛ ਨਹੀਂ ਸੀ। ਖਤ ਇੰਨਾ ਅਹਿਮ ਚੀਜ਼ ਸੀ। ਅੱਜ ਨਾ ਉਹ ਦੇਖੋ ਨਾਯਾਬ ਜ਼ਮਾਨਿਆਂ ਦੇ ਹਵਾਲੇ ਨਾਲ ਇਸੀ ਤੋਂ ਮੈਂ ਗੱਲ ਕਰਨੀ ਆ ਕਿ ਜਿਹੜੀਆਂ ਚੀਜ਼ਾਂ ਉਸ ਜ਼ਮਾਨੇ ਵਿੱਚ ਸਨ ਖਤ ਦੇ ਹਵਾਲੇ ਨਾਲ, ਅੱਜ ਉਹ ਨਹੀਂ ਨੇ। ਅੱਜ ਤੁਸੀਂ ਕਿਸੇ ਨੂੰ ਖਤ ਨਹੀਂ ਲਿਖਦੇ ਹੋ, ਨਾ ਤੁਹਾਨੂੰ ਕੋਈ ਲਿਖਦਾ ਹੋਵੇ। ਫ਼ੋਨ ਆ ਗਏ ਨੇ, ਮਿਲਾਓ ਟੀ ਤੇ ਚਲੋ ਜੀ ਐਸਾ ਕਰਕੇ ਗੱਲ ਕਰ ਲਵੋ ਮਿੰਟ 'ਚ, ਤੇ ਕੋਈ ਮਸਲਾ ਹੀ ਨਹੀਂ ਹੈ। ਉਸ ਜ਼ਮਾਨੇ ਵਿੱਚ ਖਤ ਜਿਹੜਾ ਹੈ ਸਭ ਤੋਂ ਅਹਿਮ ਜ਼ਰੀਆ ਜਿਹੜਾ ਹੁੰਦਾ ਸੀ, ਖਤ ਹੁੰਦਾ ਸੀ। ਅਤੇ ਮੈਂ ਤੁਹਾਨੂੰ ਆਪਣਾ ਦੱਸਾਂ ਕਿ ਮੈਂ ਜਦੋਂ ਸ਼ਾਦੀ ਤੋਂ ਬਾਅਦ ਗਈ ਤਾਂ ਮੈਂ ਆਪਣੇ ਪੈਰੈਂਟਸ ਨੂੰ ਮੈਂ ਖਤ ਲਿਖਣੀ ਸਾਂ। ਫਿਰ ਮੈਂ ਯਕੀਨ ਮੰਨੋ ਤੁਸੀਂ, ਮੈਂ ਇੱਕ ਹਫ਼ਤਾ ਮੈਂ ਕਿਸ ਤਰ੍ਹਾਂ ਗੁਜ਼ਾਰਨੀ ਸਾਂ ਉਹ ਮੈਨੂੰ ਪਤਾ ਵੇ ਕਿ ਕੋਈ ਜ਼ਰੀਆ ਨਹੀਂ ਸੀ। ਨਾ ਮਾਂ ਬਾਪ ਦੀ ਅਸੀਂ ਸ਼ਕਲ ਦੇਖ ਸਕਨੇ ਸਾਂ, ਨਾ ਅਸੀਂ ਮਾਂ ਬਾਪ ਨੂੰ ਮਿਲ ਸਕਨੇ ਸਾਂ। ਇੱਕ ਉਹ ਸਵਾਏ ਚੰਦ ਲਫ਼ਜ਼ਾਂ ਦੇ ਉਹ ਜਿਹੜਾ ਇੱਕ ਖਤ ਆਉਂਦਾ ਸੀ ਨਾ, ਉਸ ਤੋਂ ਸਿਵਾ ਸਾਡਾ ਕੋਈ ਜ਼ਰੀਆ ਨਹੀਂ ਹੁੰਦਾ ਸੀ। ਤੇ ਜਿਸ ਦਿਨ ਖਤ ਆ ਜਾਣਾ, ਮੈਂ ਇੰਨਾ ਖੁਸ਼ ਹੋਣਾ ਕਿ ਮੈਂ ਕਿੰਨੀ ਕਿੰਨੀ ਦਫਾ ਉਹਨੂੰ ਖੋਲ੍ਹ ਕੇ ਪੜ੍ਹਨਾ ਉਸ ਖਤ ਨੂੰ। ਉਹੀ ਲਫ਼ਜ਼ ਹੁੰਦੇ ਸਨ, ਉਹੀ ਜੁਮਲੇ, ਪਰ ਉਹ ਇੰਨਾ ਖੁਸ਼ੀ ਹੁੰਦੀ ਸੀ ਕਿ ਮੇਰੇ ਮਾਂ ਬਾਪ ਵੱਲੋਂ ਇਹ ਖਤ ਆਇਆ ਵੇ, ਮੇਰੇ ਅੱਬੂ ਨੇ ਲਿਖਿਆ, ਮੇਰੀ ਭੈਣਾਂ ਦਾ ਪਤਾ ਚੱਲਿਆ, ਮੇਰੇ ਭਰਾ ਦਾ ਪਤਾ ਚੱਲਿਆ। ਉਹ ਖਤ ਇੱਕ ਕਿਸ ਤਰ੍ਹਾਂ ਤੁਹਾਡੀ ਹੁੰਦੀ ਸੀ, ਤੁਸੀਂ ਤੁਹਾਨੂੰ ਇੱਕ ਤਲਬ ਹੁੰਦੀ ਸੀ, ਜਿਵੇਂ ਨਸ਼ਾ ਨਹੀਂ ਹੁੰਦਾ ਕਿ ਉਹ ਕਹਿੰਦੇ ਨੇ ਉਹ ਜਿਹੜੇ ਪੀਂਦੇ ਨੇ, ਛੁੱਟਤੀ ਨਹੀਂ ਹੈ ਮੂੰਹ ਸੇ ਕਾਫਰ ਲੱਗੀ ਹੋਈ, ਉਹ ਹਿਸਾਬ ਹੈ ਕਿ ਖਤ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਬਈ ਤੁਸੀਂ ਲਿਖੇ ਬਗੈਰ ਰਹਿ ਨਹੀਂ ਸਕਦੇ ਸੋ, ਉਹਦਾ ਇੰਤਜ਼ਾਰ ਕਰਦੇ ਸੋ। ਬੜਾ ਖਤ ਉਸ ਜ਼ਮਾਨੇ 'ਚ ਬੜੀ ਅਹਿਮ ਚੀਜ਼ ਹੁੰਦੀ ਸੀ ਕਿ ਡਾਕਖਾਨਿਆਂ 'ਤੇ ਰਸ਼ ਹੁੰਦਾ ਸੀ ਔਰ ਲੋਕ ਜਾਂਦੇ ਸਨ, ਖਤ ਲੈਟਰ ਬਾਕਸ 'ਚ ਰਹਿਣੇ, ਖਤ ਆਉਣੇ। ਡਾਕੀਏ ਦਾ ਐਡਾ ਵੱਡਾ ਥੈਲਾ ਹੁੰਦਾ ਸੀ, ਉਹਨੇ ਵਿਚਾਰੇ ਨੇ ਸਾਈਕਲ 'ਤੇ ਬੈਠੇ ਹੋਣਾ ਤੇ ਇੰਨੇ ਖਤ ਹੋਣੇ। ਉਹ ਸਾਡੀ ਗਲੀ 'ਚ ਹੀ ਵੰਡਦੇ ਜਾਂਦੇ, ਸਾਰੀ ਗਲੀਆਂ 'ਚ ਵੰਡਦੇ ਸਨ। ਅਤੇ ਉਹ ਡਾਕੀਆਂ ਦਾ ਵੀ ਬੜਾ ਕੰਮ ਸੀ ਔਰ ਬੜਾ ਇਹਤਮਾਮ ਹੁੰਦਾ ਸੀ ਖਤ ਦਾ। ਹੁਣ ਉਹ ਜ਼ਮਾਨੇ ਰਹੇ ਨਹੀਂ ਨੇ, ਹੁਣ ਕੋਈ ਖਤ ਲਿਖਦਾ ਹੀ ਨਹੀਂ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਖਤ ਲਿਖੇ। ਉਹ ਜ਼ਮਾਨੇ ਨਾਯਾਬ ਹੋਏ, ਤਦੇ ਉਹ ਨਾਯਾਬ ਜ਼ਮਾਨੇ ਜਿਹੜੇ ਨੇ ਬੜੇ ਯਾਦ ਆਉਂਦੇ ਨੇ। ਤਦੇ ਉਹ ਨਾਯਾਬ ਜ਼ਮਾਨੇ ਜਿਹੜੇ ਨੇ ਬੜੇ ਉਹਨਾਂ ਨੂੰ ਯਾਦ ਕਰਕੇ ਅਸੀਂ ਉਦਾਸ ਹੋ ਜਾਂਦੇ ਹਾਂ ਕਿ ਉਹ ਜ਼ਮਾਨੇ ਕਿੱਥੇ ਚਲੇ ਗਏ। ਕਿ ਉਹ ਜਦੋਂ ਇੱਕ ਖਤ ਲਿਖ ਕੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਜਾਂਦਾ ਸੀ ਔਰ ਅਗਲੇ ਨੂੰ ਵੀ ਤੁਹਾਡੀ ਮੁਹੱਬਤ ਚਾਹਤ ਹੁੰਦੀ ਸੀ ਕਿ ਸਾਨੂੰ ਖਤ ਆਵੇ, ਅਸੀਂ ਖੈਰੀਅਤ ਦਰਿਆਫਤ ਕਰੀਏ। ਅੱਜ ਐਸਾ ਦੌਰ ਆ ਗਿਆ ਵੇ ਕਿ ਉਹ ਸਹੂਲਤਾਂ ਤਾਂ ਬਹੁਤ ਨੇ, ਫ਼ੋਨ ਨੇ, ਪਰ ਉਸ ਤਰ੍ਹਾਂ ਲਗਨ ਨਹੀਂ ਰਹੀ ਹੈ ਭੈਣ ਭਰਾਵਾਂ ਦੀ ਜਾਂ ਕਿਸ ਤਰ੍ਹਾਂ ਜਾਂ ਰਿਸ਼ਤੇਦਾਰਾਂ ਦੀ। ਹਰ ਬੰਦਾ ਗਰਜ਼ ਦੇ ਨਾਲ ਵਾਬਸਤਾ ਹੋ ਗਿਆ ਵੇ ਕਿ ਕਿਸੇ ਦੀ ਗਰਜ਼ ਪੂਰੀ ਹੁੰਦੀ ਹੈ ਤਾਂ ਉਹਦੇ ਨਾਲ ਤਾਲੁਕ ਰੱਖਦਾ ਵੇ, ਵਰਨਾ ਨਹੀਂ। ਅੱਜ ਉਹ ਚੀਜ਼ ਨਹੀਂ ਰਹੀ ਹੈ ਕਿ ਜਿਸ ਤਰ੍ਹਾਂ ਪਹਿਲੇ ਮੁਹੱਬਤਾਂ ਹੁੰਦੀਆਂ ਸਨ ਕਿ ਇੱਕ ਲਿਫਾਫਾ, ਉਹਦੇ ਅੰਦਰ ਇੱਕ ਪੱਤਰ ਅਤੇ ਉਹ ਚਿੱਠੀ, ਅਤੇ ਉਹਦੇ ਉੱਤੇ ਜਿਹੜੇ ਲਫ਼ਜ਼ ਲਿਖੇ ਹੁੰਦੇ ਸਨ, ਉਹ ਐਸਾ ਲੱਗਦਾ ਸੀ ਤੁਹਾਡੇ ਕਲੇਜੇ 'ਚ ਉਹਨੂੰ ਠੰਡ ਪੈ ਗਈ। ਅਤੇ ਅੱਜ ਦਾ ਦੌਰ ਐਸਾ ਵੇ ਕਿ ਫੋਨਾਂ 'ਤੇ ਵੀ ਘੰਟਿਆਂ ਦੇ ਹਿਸਾਬ ਨਾਲ ਗੱਲਾਂ ਕਰ ਲਵੋ, ਉਹ ਖੁਸ਼ੀ ਨਹੀਂ ਮਿਲਦੀ ਜਿਹੜੀ ਉਹ ਇੱਕ ਖਤ ਦਾ ਲਿਫਾਫਾ ਦੇਖ ਕੇ ਜਿਹੜੀ ਮਿਲਦੀ ਹੁੰਦੀ ਸੀ ਨਾ ਖੁਸ਼ੀ। ਉਹ ਖਤ ਦੇ ਨਾਲ ਨਾਲ ਹੀ ਫਿਰ ਇੱਕ ਈਦ ਕਾਰਡ ਵੀ ਪਾਏ ਜਾਂਦੇ ਸਨ। ਈਦ ਆਉਣੀ ਅਤੇ ਰਿਸ਼ਤੇਦਾਰਾਂ ਨੂੰ ਈਦ ਕਾਰਡ ਪਾਉਣੇ ਕਿ ਬਈ ਅਸੀਂ ਉਹਨਾਂ ਨੂੰ ਈਦ ਕਾਰਡ ਪਾਈਏ, ਫਿਰ ਸਾਰਿਆਂ ਨੂੰ ਲੈ ਕੇ ਆਉਣਾ, ਸਭ ਦੇ ਨਾਂ ਲਿਖਣੇ, ਈਦ ਕਾਰਡ ਸਭ ਨੂੰ ਪੋਸਟ ਕਰਨੇ, ਚੰਗੇ ਜਿਹੇ ਫੁੱਲਾਂ ਵਾਲੇ ਲੈਣੇ। ਅਸੀਂ ਉਦੋਂ ਜ਼ਿਆਦਾਤਰ ਫੁੱਲਾਂ ਵਾਲੇ ਆਉਂਦੇ ਸਨ ਜਾਂ ਫਿਰ ਉਹ ਐਸਾ ਇੱਕ ਕਿਸਮ ਤਸਵੀਰਾਂ ਬਣੀਆਂ ਹੁੰਦੀਆਂ ਸਨ ਮੁਖਤਲਿਫ ਕਿਸਮ ਦੀਆਂ। ਅੱਜ ਕੱਲ੍ਹ ਤਾਂ ਬਹੁਤ ਅੱਛੀਆਂ ਚੀਜ਼ਾਂ ਆ ਗਈਆਂ ਨੇ, ਪਰ ਅਸੀਂ ਫਿਰ ਲੈ ਕੇ ਆਉਣਾ। ਫਿਰ ਉਹ ਈਦ ਕਾਰਡ ਲਿਖੇ ਜਾਣੇ ਰਿਸ਼ਤੇਦਾਰਾਂ ਨੂੰ। ਲਾਜ਼ਮੀ ਈਦ ਦੇ ਹਵਾਲੇ ਦੇ ਨਾਲ ਹੁੰਦਾ ਸੀ ਕਿ ਵੀ ਛੇਤੀ ਕਰੋ ਈਦ ਕਾਰਡ ਲੈ ਆਵੋ, ਈਦੋਂ ਪਹਿਲੇ ਮਿਲ ਜਾਵੇ ਈਦ ਕਾਰਡ। ਕਿ ਈਦ ਕਾਰਡ ਦੱਸੋ, ਮੈਂ ਇੰਨੀ ਜਜ਼ਬਾਤੀ ਹੋ ਜਾਂਦੀ ਹਾਂ, ਰੋਣਾ ਨਿਕਲ ਜਾਂਦਾ ਬਾਜ਼ ਗੱਲਾਂ 'ਤੇ। ਅਤੇ ਉਹ ਫਿਰ ਈਦ ਕਾਰਡ ਜਿਹੜਾ ਵੇ ਨਾ ਬੜਾ ਹੁੰਦਾ ਸੀ ਅਹਿਮ ਕਿ ਤੁਸੀਂ ਈਦ
ਮਤਲਬ ਰੋਜ਼ਿਆਂ ਤੋਂ ਜਿਵੇਂ ਰੋਜ਼ੇ ਸ਼ੁਰੂ ਹੁੰਦੇ ਸਨ ਨਾਲ ਹੀ ਲਿਆ ਕੇ ਫਟਾਫਟ ਅਸੀਂ ਪੋਸਟ ਕਰ ਦਿੰਦੇ ਹੁੰਦੇ ਸਾਂ। ਅੱਬੂ ਨੇ ਕਹਿਣਾ ਫਿਰ ਅਗਲਿਆਂ ਨੂੰ ਮਿਲ ਤੇ ਜਾਵੇ ਈਦ ਤੋਂ ਪਹਿਲੇ, ਫਿਰ ਇਹ ਨਾ ਹੋਵੇ ਕਿ ਈਦ ਤੋਂ ਬਾਅਦ ਮਿਲੇ, ਫਿਰ ਕੀ ਫਾਇਦਾ ਹੈ ਈਦ ਕਾਰਡ ਦਾ। ਤੇ ਉਹ ਫਿਰ ਅਸੀਂ ਈਦ ਕਾਰਡ ਲਿਆ ਕੇ ਸਾਰਿਆਂ ਦੇ ਲਿਖ ਕੇ ਸੋਹਣੇ ਸੋਹਣੇ ਅਸੀਂ ਪੈਨ ਦੇ ਨਾਲ ਹੀ ਉਹਦੇ ਉੱਤੇ ਇਸ ਤਰ੍ਹਾਂ ਬਣਾਉਣੇ ਡਿਜ਼ਾਈਨ ਤੇ ਚੀਜ਼ਾਂ। ਉਹ ਈਦ ਕਾਰਡ ਤੇ ਹੁੰਦਾ ਹੀ ਸੀ, ਉਹ ਤੇ ਲਿਖ ਕੇ ਫਿਰ ਸ਼ੇਅਰ ਲਿਖੇ ਜਾਂਦੇ ਸਨ ਅੰਦਰ। ਉਹ ਸ਼ੇਅਰ ਲਿਖ ਕੇ ਉਹ ਕਰਕੇ ਸਾਰੇ ਰਿਸ਼ਤੇਦਾਰਾਂ ਨੂੰ ਫਿਰ ਅਸੀਂ ਸਾਰੇ ਬੰਦ ਕਰਕੇ ਤੇ ਉਹ ਫਿਰ ਦੇ ਦੇਣੇ ਅੱਬੂ ਨੂੰ। ਅੱਬੂ ਨੇ ਕਹਿਣਾ ਮੈਂ ਸ਼ਹਿਰੋਂ ਜਾ ਕੇ ਪੋਸਟ ਕਰਾਂਗਾ, ਉੱਥੋਂ ਜਲਦੀ ਨਿਕਲਣਗੇ। ਫਿਰ ਉਹ ਚਲੇ ਜਾਂਦੇ ਸਨ। ਫਿਰ ਉਹ ਸਾਰਿਆਂ ਦੇ ਈਦ ਕਾਰਡ ਸਾਨੂੰ ਵੀ ਆਉਣੇ, ਜਿਹਦਾ ਈਦ ਕਾਰਡ ਆਉਣਾ ਬਈ ਖੁਸ਼ ਹੋ ਜਾਣਾ। ਉਹ ਈਦ ਹੀ ਹੋ ਜਾਂਦੀ ਸੀ ਉਸੇ ਦਿਨ ਕਿ ਅੱਜ ਫਲਾਣੇ ਦਾ ਈਦ ਕਾਰਡ ਆ ਗਿਆ, ਅੱਜ ਫਲਾਣੇ ਦਾ ਈਦ ਕਾਰਡ ਆ ਗਿਆ। ਫਿਰ ਈਦ ਕਾਰਡ ਜਿਹੜੇ ਹੁੰਦੇ ਸਨ ਫਿਰ ਅਸੀਂ ਕੀ ਕਰਨਾ ਹੁੰਦਾ ਸੀ, ਸਾਡਾ ਡਰਾਇੰਗ ਰੂਮ ਹੀ ਕਹਿ ਲਓ, ਜਿਹੜਾ ਬੈਠਣ ਦਾ ਕਮਰਾ ਸੀ, ਸੋਫਾ ਹੁੰਦਾ ਸੀ ਸਾਦਾ ਜਿਹਾ, ਇੱਕ ਪਾਸੇ ਇੱਕ ਟੇਬਲ ਹੁੰਦਾ ਸੀ, ਬਸ 4 ਕੁਰਸੀਆਂ। ਬਹਿਰਹਾਲ ਉਹ ਜਿਹੜਾ ਟੇਬਲ ਹੁੰਦਾ ਸੀ ਨਾ, ਉੱਤੇ ਅਸੀਂ ਸਾਰੇ ਈਦ ਕਾਰਡ ਇਸ ਤਰ੍ਹਾਂ ਕਰਕੇ ਨਾ ਐਸਾ ਕਰਕੇ ਰੱਖ ਦਿੰਦੇ ਹੁੰਦੇ ਸਾਂ ਕਿ ਬਈ ਇਸ ਜਿਹੜਾ ਵੀ ਮਹਿਮਾਨ ਆਵੇਗਾ ਉਹ ਦੇਖੇਗਾ। ਇਸ ਤਰ੍ਹਾਂ ਈਦ ਕਾਰਡ ਨੂੰ ਨਾ ਇਸ ਤਰ੍ਹਾਂ ਟੇਬਲ ਦੇ ਉੱਪਰ ਇਸ ਤਰ੍ਹਾਂ ਕਰਕੇ ਰੱਖ ਦਿੱਤਾ ਜਾਂਦਾ ਸੀ ਕਿ ਬਈ ਸਾਰੇ ਨਜ਼ਰ ਆਉਣ ਅੱਗੋਂ। ਆ ਦੇਖ ਲਓ ਵੀ ਮੇਰੀ ਡਾਇਰੀ ਹੈ, ਦੇਖ ਲਓ ਮੇਰੀ ਕਿੰਨੀ ਛੋਟੀ ਜਿਹੀ ਮੈਂ ਡਾਇਰੀ ਰੱਖੀ ਹੋਈ ਹੈ ਆਪਣਾ, ਪਰ ਹਾਲੇ ਲਿਖਿਆ ਕੱਖ ਕੰਡਾ ਨਹੀਂ ਇਹਦੇ ਤੇ, ਪਰ ਉਹ ਰੱਖੀ ਹੋਈ ਹੈ। ਪੈਨ ਵੀ ਰੱਖਿਆ, ਬਹੁਤ ਦਿਨ ਤੋਂ ਮੈਂ ਸੋਚ ਰਹੀ ਹਾਂ ਤੇ ਮੈਂ ਕੁਛ ਲਿਖਾਂਗੀ ਪਰ ਹਾਲੇ ਲਿਖਿਆ ਨਹੀਂ। ਤੇ ਉਹ ਈਦ ਕਾਰਡ ਵੀ ਇਸ ਤਰ੍ਹਾਂ ਸਜਾ ਦਿੱਤੇ ਜਾਂਦੇ ਸਨ ਕਿ ਜਿਹੜੇ ਮਹਿਮਾਨ ਆਉਣ, ਵਾਕਈ ਮਹਿਮਾਨ ਵੀ ਆਉਂਦੇ ਸਨ, ਫਿਰ ਦੇਖਦੇ ਸਨ, ਬੜੀ ਸ਼ੋਅ ਦਾ ਆਈਟਮ ਹੁੰਦਾ ਸੀ ਕਿ ਤੁਹਾਡੇ ਘਰ ਇੰਨੇ ਈਦ ਕਾਰਡ ਆਏ ਨੇ। ਬੜੇ ਖੁਸ਼ ਹੁੰਦੇ ਸਾਂ ਅਸੀਂ, ਬੜੇ ਫਖਰ ਨਾਲ ਦੱਸਦੇ ਸਾਂ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਈਦ ਕਾਰਡ ਭੇਜੇ ਨੇ। ਲੋਕ ਫਿਰ ਆਪਣੇ ਡਰਾਇੰਗ ਰੂਮ 'ਚ ਉਹਨੂੰ, ਜਾਂ ਜਿਹੜੀ ਬਹਿਣ ਦੀ ਜਗ੍ਹਾ ਹੁੰਦੀ ਸੀ ਜਿਸ ਤਰ੍ਹਾਂ, ਉੱਥੇ ਰੱਖਦੇ ਸਨ ਸਜਾਵਟ ਦੇ ਤੌਰ 'ਤੇ ਕਿ ਬਈ ਉਹ ਮਹਿਮਾਨਾਂ ਨੇ ਆਉਣਾ ਤੇ ਈਦ ਕਾਰਡ ਵੀ ਰੱਖੋ, ਜਲਦੀ ਸਜਾ ਦੇਵੋ, ਟੇਬਲ 'ਤੇ ਰੱਖ ਦੇਵੋ। ਅਸੀਂ ਤਾਂ ਰੱਖਣੇ ਹੁੰਦੇ ਸਾਂ, ਹੋ ਸਕਦਾ ਕੋਈ ਹੋਰ ਵੀ ਰੱਖਦਾ ਹੋਵੇ ਕਿ ਨਾ, ਲੇਕਿਨ ਅਸੀਂ ਉਸ ਜ਼ਮਾਨੇ 'ਚ ਰੱਖਣੇ ਹੁੰਦੇ ਸਾਂ। ਤਾਂ ਬੜੀ ਫਿਰ ਖੁਸ਼ੀ ਹੁੰਦੀ ਸੀ ਸਾਨੂੰ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਰਾਬਤੇ ਵਿੱਚ ਆ। ਔਰ ਫਿਰ ਈਦ ਕਾਰਡ ਜਿਹਦਾ ਫਿਰ ਆਉਂਦਾ ਸੀ, ਬੜਾ ਹੀ ਮਜ਼ਾ ਆਉਂਦਾ ਸੀ ਕਿ ਈਦ ਕਾਰਡ ਆ ਗਿਆ ਵੇ। ਉਹ ਬੜੇ ਅਸੀਂ ਖੁਸ਼ ਹੁੰਦੇ ਸਾਂ। ਸਹੇਲੀਆਂ ਨੂੰ ਵੀ ਦਿੱਤੇ ਜਾਂਦੇ ਸਨ। ਮਤਲਬ ਲਿਖਣ ਦਾ, ਕਰਨ ਦਾ, ਇੱਕ ਕਾਗਜ਼ ਔਰ ਕਲਮ ਦਾ ਐਸਾ ਤਾਲੁਕ ਸੀ ਇਨਸਾਨ ਦਾ ਕਿ ਉਹ ਕਾਗਜ਼ ਔਰ ਕਲਮ ਜਿਹੜਾ ਵੇ ਉਹ ਇਨਸਾਨ ਨੂੰ ਜੋੜ ਕੇ ਰੱਖਦਾ ਸੀ। ਇੱਕ ਸਾਦਾ ਪਰਚਾ ਕਿਸੇ ਕਿਤਾਬ ਤੋਂ ਪਾੜਿਆ, ਸਾਦਾ ਰੋਕਾ, ਸਾਦਾ ਕੋਈ ਚੀਜ਼, ਪਰ ਐਵੇਂ ਕਿ ਉਹ ਫਿਰ ਜੋੜਨ ਦਾ ਸਬਬ ਬਣਦਾ ਸੀ। ਜਦੋਂ ਦੂਸਰੇ ਤੱਕ ਪਹੁੰਚਦਾ ਸੀ ਤੇ ਉਹ ਦੂਸਰੇ ਨੂੰ ਠੰਡ ਪੈ ਜਾਂਦੀ ਸੀ ਕਿ ਵੀ ਮੇਰੇ ਭਰਾ ਦਾ ਖੱਤ ਆਇਆ ਵੇ। ਸਾਡੇ ਤਾਇਆ ਅੱਬੂ ਦਾ ਖੱਤ ਆਉਣਾ, ਮੇਰੇ ਅੱਬੂ ਨੇ ਕਈ ਦਫਾ ਪੜ੍ਹਨਾ ਕਿ ਭਾਜੀ ਦਾ ਖੱਤ ਆਇਆ। ਫੁੱਫੋ ਦਾ ਖੱਤ ਆਉਂਦਾ ਹੁੰਦਾ ਸੀ, ਅਸੀਂ ਇੰਨਾ ਖੁਸ਼ ਹੋਣਾ ਕਿ ਫੁੱਫੋ ਦਾ ਖੱਤ, ਖਾਲੂ ਦਾ ਖੱਤ ਆਉਂਦਾ। ਮੇਰੀ ਖਾਲਾ ਪੜ੍ਹੇ ਲਿਖੇ ਨਹੀਂ ਸਨ, ਉੱਥੇ ਰਹਿੰਦੇ ਸਨ, ਪਰ ਖਾਲੂ ਲਿਖਦੇ ਹੁੰਦੇ ਸਨ ਵੀ ਖਾਲਾ ਵੱਲੋਂ ਖੱਤ। ਤੇ ਅਸੀਂ ਇੰਨਾ ਸ਼ੌਕ ਦੇ ਨਾਲ ਪੜ੍ਹਨਾ ਕਿ ਖਾਲਾ ਨੇ ਆਪਣਾ ਸਾਰਾ ਦੱਸਣਾ, ਬੱਚਿਆਂ ਦਾ ਦੱਸਣਾ, ਇੱਕ ਇੱਕ ਗੱਲ ਉਹ ਖੱਤ ਵਿੱਚ ਲਿਖੀ ਜਾਂਦੀ ਸੀ। ਜੋ ਗੱਲਾਂ ਅਸੀਂ ਅੱਜ ਫੋਨ 'ਤੇ ਕਰ ਲੈਂਦੇ ਹਾਂ ਕਿ ਫਲਾਣਾ ਬਿਮਾਰ ਹੈ, ਫਲਾਣਾ ਹੈ ਵੇ, ਇਹ ਵੇ ਉਹ ਗੱਲਾਂ ਸਾਰੀਆਂ ਖਤਾਂ ਵਿੱਚ ਹੁੰਦੀਆਂ ਸਨ। ਉਹ ਲਫ਼ਜ਼ ਜਿਹੜੇ ਸਨ ਨਾ, ਉਹ ਫਿਰ ਜਾ ਕੇ ਫਿਰ ਅਸਾਂ ਪੜ੍ਹਦੇ ਸਾਂ, ਫਿਰ ਪਤਾ ਚੱਲਦਾ ਸੀ ਕਿ ਇਹਨਾਂ ਲਫ਼ਜ਼ਾਂ ਦੀ ਕੀ ਹਕੀਕਤ ਹੈ ਤੇ ਇਹਨਾਂ ਲਫ਼ਜ਼ਾਂ ਵਿੱਚ ਕੀ ਤਾਕਤ ਹੈ। ਕਿ ਉਹ ਅਲਫਾਜ਼ ਜਿਹੜੇ ਹੁੰਦੇ ਸਨ, ਉਹ ਐਸਾ ਲੱਗਦਾ ਸੀ ਕਿ ਮਿਲ ਪਏ ਹਾਂ ਅਸੀਂ, ਇੱਕ ਦੂਸਰੇ ਦੇ ਨਾਲ ਮੁਲਾਕਾਤ ਹੋ ਗਈ ਹੈ ਸਾਡੀ, ਅਸੀਂ ਇੱਕ ਦੂਸਰੇ ਨਾਲ ਗੱਲ ਕਰ ਰਹੇ ਹਾਂ, ਇੱਕ ਦੂਸਰੇ ਦੇ ਸਾਹਮਣੇ ਬੈਠੇ ਹਾਂ। ਇਹ ਹੁੰਦਾ ਸੀ ਹਾਲ ਅਹਿਵਾਲ। ਤੇ ਹੁਣ ਉਹ ਜ਼ਮਾਨੇ ਨਾਯਾਬ ਹੋਏ। ਹੁਣ ਕਦੀ ਕਿਸੇ ਨੇ ਚਿੱਠੀ ਨਹੀਂ ਲਿਖੀ, ਕਦੀ ਮੈਂ ਡਾਕੀਆ ਨਹੀਂ ਦੇਖਿਆ, ਕਦੀ ਅਸੀਂ ਇੰਤਜ਼ਾਰ ਨਹੀਂ ਕੀਤਾ, ਕਦੀ ਅਸੀਂ ਆਪ ਵੀ ਨਹੀਂ ਲਿਖਿਆ ਖੱਤ ਕਿ ਅਸੀਂ ਕਿਸੇ ਨੂੰ ਲਿਖਿਆ ਹੋਵੇ ਜਾਂ ਕਿਸੇ ਨੇ ਸਾਨੂੰ ਲਿਖਿਆ ਹੋਵੇ। ਹੁਣ ਬਸ ਕੋਈ ਐਸਾ ਕੋਈ ਲੈਟਰ ਤੁਹਾਡੇ ਆ ਜਾਵੇ ਆਫਿਸ ਵਗੈਰਾ ਦਾ, ਜਾਂ ਕੋਈ ਚੀਜ਼ ਐਸੀ ਆ ਜਾਵੇ, ਕੋਈ ਆ ਜਾਵੇ, ਵਰਨਾ ਚਿੱਠੀ ਬਿਲਕੁਲ ਖ਼ਤਮ ਹੋ ਗਈ ਹੈ। ਨਾਯਾਬ ਜ਼ਮਾਨਿਆਂ ਦੇ ਹਵਾਲੇ ਨਾਲ ਜਿਹੜੀਆਂ ਚੀਜ਼ਾਂ ਗੁਆਚੀਆਂ ਨੇ, ਉਹ ਚਿੱਠੀ ਵੀ ਪਤਾ ਨਹੀਂ ਕਿੱਥੇ ਗੁਆਚ ਗਈ ਹੈ। ਉਹ ਚਿੱਠੀ ਲਿਖੀ ਜਾਂਦੀ ਸੀ, ਚਿੱਠੀ ਪੜ੍ਹੀ ਜਾਂਦੀ ਸੀ, ਚਿੱਠੀ ਦਿਲਾਂ 'ਚ ਵੱਸਦੀ ਸੀ। ਔਰ ਚਿੱਠੀ ਇੰਨੀ ਮਸ਼ਹੂਰ ਆਈਟਮ ਸੀ, ਮਕਬੂਲ ਆਈਟਮ ਸੀ। ਸਭ ਇਸ ਤਰ੍ਹਾਂ ਜੋੜ ਦਿੰਦੀ ਸੀ ਚਿੱਠੀ। ਇੱਕ ਖੱਤ ਆਉਂਦਾ ਸੀ, ਉਹ ਐਸਾ ਲੱਗਦਾ ਸੀ ਮੇਰੇ ਸਾਹਮਣੇ ਬੈਠਾ ਖੱਤ ਲਿਖਣ ਵਾਲਾ ਤੇ ਮੈਂ ਉਹਦੇ ਸਾਹਮਣੇ ਬੈਠਾ ਵਾਂ, ਉਹਦੇ ਦਿਲ ਦੀ ਗੱਲ ਮੇਰੇ ਤੱਕ ਪਹੁੰਚ ਰਹੀ। ਹਾਲਾਂਕਿ ਇੱਕ ਲਿਫਾਫਾ ਹੁੰਦਾ ਸੀ ਕਾਗਜ਼ ਦਾ, ਤੇ ਕਾਗਜ਼ ਦਾ ਟੁਕੜਾ ਪਰ ਨਾਲ ਜੋੜ ਜਾਂਦਾ ਸੀ। ਪਰ ਹੁਣ ਫੋਨਾਂ 'ਤੇ ਵੀ ਅਸੀਂ ਗੱਲਾਂ ਕਰਨੇ ਆ, ਉਹ ਕਰਨੇ ਆ, ਪਰ ਉਹ ਚੀਜ਼ ਤੁਹਾਨੂੰ ਮਹਿਸੂਸ ਨਹੀਂ ਹੁੰਦੀ ਜਿਹੜੀ ਉਹਨਾਂ ਜ਼ਮਾਨਿਆਂ 'ਚ ਹੁੰਦੀ ਸੀ, ਕਿਉਂਕਿ ਉਸ ਜ਼ਮਾਨੇ ਦੀਆਂ ਮੁਹੱਬਤਾਂ ਜਿਹੜੀਆਂ ਸਨ ਉਹ ਨਾਯਾਬ, ਉਸ ਜ਼ਮਾਨੇ ਦੇ ਜਿਹੜੇ ਲੋਕ ਨਾਯਾਬ, ਉਸ ਜ਼ਮਾਨੇ ਦੇ ਜਿਹੜੇ ਖਲੂਸ ਸੀ ਉਹ ਨਾਯਾਬ। ਹੁਣ ਹਰ ਚੀਜ਼ ਦੇ ਉੱਪਰ ਇੱਕ ਕਵਰ ਚੜ੍ਹ ਗਿਆ ਵੇ।
ਮੁਹੱਬਤਾਂ ਦੇ ਉੱਪਰ ਵੀ ਮਸਨੂਈ ਖੋਲ ਆ ਗਏ ਨੇ ਤੇ ਹਰ ਚੀਜ਼ ਤੇ ਖੋਲ ਚੜ੍ਹ ਗਿਆ ਵੇ। ਉਹ ਜ਼ਮਾਨਾ ਇਸ ਤੋਂ ਨਾਯਾਬ ਲੱਗਦਾ ਵੇ ਕਿ ਹਰ ਚੀਜ਼ ਖਾਲਿਸ ਸੀ, ਹਰ ਖਾਣ ਦੀਆਂ ਚੀਜ਼ਾਂ ਵੀ ਖਾਲਿਸ ਤੇ ਮੁਹੱਬਤਾਂ ਵੀ ਖਾਲਿਸ। ਉਹ ਜ਼ਮਾਨੇ ਨਾਯਾਬ ਹੋਏ। ਹੁਣ ਜਿਹੜਾ ਵੇ ਕਿ ਉਸ ਤਰ੍ਹਾਂ ਨਹੀਂ ਤੁਸੀਂ ਤੁਹਾਡਾ ਤਾਲੁਕ ਬਣਦਾ। ਬੇਸ਼ੱਕ ਤੁਸੀਂ ਘੰਟਿਆਂ ਦੇ ਹਿਸਾਬ ਨਾਲ ਫ਼ੋਨ 'ਤੇ ਗੱਲ ਕਰਦੇ ਹੋ, ਬੜੀ ਸਹੂਲਤ ਹੈ, ਬੜੀ ਆਸਾਨੀ ਹੈ, ਲੇਕਿਨ ਉਹ ਜਿਹੜਾ ਚਿੱਠੀ ਦਾ ਇੰਤਜ਼ਾਰ ਹੁੰਦਾ ਸੀ, ਉਹ ਜਿਹੜੀ ਚਿੱਠੀ ਲਿਖੀ ਜਾਂਦੀ ਸੀ, ਉਹ ਜਿਹੜੀ ਚਿੱਠੀ ਆਉਂਦੀ ਸੀ, ਉਹ ਜਿਨ੍ਹਾਂ ਨੇ ਵਸੂਲ ਕੀਤੀਆਂ ਨੇ ਤੇ ਜਿਨ੍ਹਾਂ ਨੇ ਲਿਖੀਆਂ ਨੇ, ਉਹ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਪਤਾ ਹੋਏਗਾ। ਤੇ ਮੈਂ ਇਸ ਤੋਂ ਹੀ ਇਸ ਨਾਲ ਸੁਣਾਉਂਦੀ ਹਾਂ ਕਿ ਕੁਛ ਮੇਰੀ ਆਪਣੀ ਭਾਣਜੀਆਂ 'ਚੋਂ ਵੀ ਬੱਚੇ ਐਸੇ ਨੇ, ਕੁਛ ਐਸਾ ਉਹ ਕਹਿੰਦੇ ਨੇ ਕਿ ਇਹ ਕਿਹੜੇ ਜ਼ਮਾਨੇ ਸਨ ਕਿ ਤੁਸੀਂ ਮਿਲ ਨਹੀਂ ਸਕਦੇ ਸੋ ਆਪਣੇ ਪੈਰੈਂਟਸ ਨੂੰ ਜਾਂ ਰਿਸ਼ਤੇਦਾਰਾਂ ਨੂੰ ਤੁਸੀਂ ਖਤ ਲਿਖਦੇ ਸੋ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਅਸੀਂ ਫਿਰ ਉਹਨਾਂ ਨੂੰ ਸੁਣਾਉਂਦੇ ਹਾਂ। ਇਸ ਤੋਂ ਫਿਰ ਇਹ ਵੇ ਕਿ ਉਹ ਜ਼ਮਾਨੇ ਜ਼ਿੰਦਾ ਰੱਖਣੇ ਨੇ, ਉਹ ਜ਼ਮਾਨਿਆਂ ਦਾ ਜ਼ਿਕਰ ਕਰਨਾ ਵੇ ਕਿ ਖਤ ਕਿਸ ਤਰ੍ਹਾਂ ਲਿਖਿਆ ਜਾਂਦਾ ਸੀ। ਉਹ ਖਤ ਸਾਡੇ ਗਵਾਚ ਗਏ, ਉਹ ਦੌਰ ਖ਼ਤਮ ਹੋ ਗਿਆ। ਉਹ ਬਿਲਕੁਲ ਕਹਿੰਦੇ ਨਾ ਹਰ ਚੀਜ਼ ਬਿਲਕੁਲ ਐਸਾ ਖ਼ਤਮ ਹੋ ਗਈ। ਉਹ ਯਕੀਨ ਹੀ ਨਹੀਂ ਆਉਂਦਾ ਕਿ ਕਦੀ ਖਤ ਲਿਖਣ 'ਤੇ ਯਕੀਨ ਮੰਨੋ ਤੁਸੀਂ, ਮੇਰਾ ਆਪਣਾ ਹਾਲ ਕੁਛ ਨਹੀਂ ਹੈ ਮਾਨ ਨਾਲ। ਮੇਰੀ ਰਾਈਟਿੰਗ ਅੱਛੀ ਹੁੰਦੀ ਸੀ, ਮੈਂ ਤਾਰੀਫ ਨਹੀਂ ਕਰ ਰਹੀ ਹਾਂ, ਮੇਰੀ ਰਾਈਟਿੰਗ ਉਰਦੂ ਦੀ ਬੜੀ ਅੱਛੀ ਸੀ ਕਿਉਂਕਿ ਸਾਡੇ ਅੱਬੂ ਸਾਨੂੰ ਬੜੀ ਪ੍ਰੈਕਟਿਸ ਕਰਵਾਉਂਦੇ ਸਨ ਤਖਤੀ 'ਤੇ। ਮੇਰੀ ਰਾਈਟਿੰਗ ਬੜੀ ਅੱਛੀ ਸੀ, ਫਿਰ ਮੈਂ ਖਤ ਮੈਂ ਹੀ ਲਿਖਣੀ ਹੁੰਦੀ ਸਾਂ। ਮੇਰੇ ਅੱਬੂ ਨੇ ਜਦੋਂ ਕਰਨਾ ਨਾ ਤੇ ਮੈਨੂੰ ਕਹਿਣਾ ਕਿ ਚੱਲ ਲੈ ਕੇ ਆ ਪੈਨ, ਤੇ ਫਿਰ ਅਸੀਂ ਉਹ ਲਿਖਣਾ ਖਤ। ਹੁਣ ਕਦੀ ਖਤ ਲਿਖਿਆ ਹੀ ਨਹੀਂ, ਕਦੀ ਉਹ ਨਹੀਂ। ਹੁਣ ਇੱਕ ਐਸਾ ਲਿਖੋ ਕੋਈ ਚੀਜ਼, ਇੰਨੀ ਗੰਦੀ ਰਾਈਟਿੰਗ ਹੋ ਗਈ ਹੈ ਕਿ ਹੱਦ ਸ਼ੁਮਾਰ ਕੋਈ ਨਹੀਂ ਹੈ। ਮੈਂ ਆਪਣੀ ਬਾਅਦ ਦੇਖਦੀ ਹਾਂ ਮਗਰ ਹੋਏ 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 ਇਹ ਮੇਰੀ ਰਾਈਟਿੰਗ ਹੋ ਗਈ। ਤੇ ਉਹ ਇਸ ਤੋਂ ਕਿ ਕਦੀ ਹੁਣ ਖਤ ਲਿਖਿਆ ਹੀ ਨਹੀਂ, ਹੁਣ ਕਦੀ ਉਹ ਕਲਮ ਚੁੱਕਿਆ ਹੀ ਨਹੀਂ। ਪਹਿਲੇ ਇਸ ਤਰ੍ਹਾਂ ਖਤ ਲਿਖਣੇ, ਮੋਤੀਆਂ ਵਾਂਗਰ ਲਫ਼ਜ਼ ਬਣਾ ਬਣਾ ਕੇ ਲਿਖਣੇ ਕਿ ਸੋਹਣਾ ਖਤ ਲਿਖੋ, ਸੋਹਣੇ ਲਫ਼ਜ਼ ਲਿਖੋ, ਅੱਛੀ ਰਾਈਟਿੰਗ ਹੋਵੇ। ਤੇ ਇਸ ਚੀਜ਼ 'ਤੇ ਬੜੀ ਤਵੱਜੋ ਦਿੱਤੀ ਜਾਂਦੀ ਸੀ। ਹੁਣ ਕਦੀ ਕਿਸੇ ਨੇ ਖਤ ਲਿਖਿਆ ਹੀ ਨਹੀਂ ਹੈ। ਉਹ ਸੋਹਣਾ ਤੇ ਛੱਡੋ, ਤੇ ਭੈੜਾ ਵੀ ਨਹੀਂ ਕਦੀ ਕਿਸੇ ਨੇ ਲਿਖਿਆ। ਉਹ ਜ਼ਮਾਨੇ ਨਾਯਾਬ ਹੋਏ। ਹੁਣ ਮੈਂ ਚੱਲਦੀ ਹਾਂ ਖਤ ਦੇ ਹਵਾਲੇ ਦੇ ਨਾਲ। ਮੈਂ ਤੁਹਾਨੂੰ ਬੜੇ ਖਤਰਨਾਕ ਪਹਿਲਾ ਗਾਣਾ ਜਿਹੜਾ ਮੈਂ ਬੜਾ ਖਤਰਨਾਕ ਗਾ ਦਿੱਤਾ ਸੀ, ਉਹ ਮੈਂ ਭੁੱਲ ਰਹੀ ਸਾਂ ਵਿੱਚ, ਤੇ ਬੜੇ ਵਿੱਚ ਰੁਕ ਵੀ ਰਹੀ ਸਾਂ, ਲੇਕਿਨ ਚਲੋ ਮੈਂ ਉਹ ਖਤ ਦੇ ਹਵਾਲੇ ਦੇ ਨਾਲ ਸੀ। ਲਿਖੇ ਜੋ ਖਤ ਤੁਝੇ ਤੇਰੀ ਯਾਦ ਵੇ ਤੇ ਹਜ਼ਾਰੋਂ ਰੰਗ ਕੇ ਨਜ਼ਾਰੇ ਬਣ ਗਏ। ਹੁਣ ਚੱਲਦੇ ਹਾਂ ਵੀ ਨਜ਼ਾਰੇ ਵੀ ਇੱਥੇ ਨੇ, ਅਸੀਂ ਵੀ ਇੱਥੇ ਹਾਂ, ਸਭ ਕੁਝ ਇੱਥੇ ਵੇ, ਪਰ ਉਹ ਜ਼ਮਾਨੇ ਨਾਯਾਬ ਹੋਏ। ਉਹ ਸਾਡੇ ਦਿਲਾਂ 'ਚ ਬਈ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜ਼ਿੰਦਾ ਨੇ। ਉਹ ਕਹਿੰਦੇ ਲੈਟਾਂ ਪੇ ਮਾਰਦੇ ਨੇ, ਉਹ ਸਾਡੇ ਦਿਲਾਂ 'ਚ ਜ਼ਿੰਦਾ ਨੇ। ਬਹਿਰਹਾਲ ਹੁਣ ਉਹ ਜ਼ਮਾਨੇ ਨਾਯਾਬ ਹੋਏ, ਹੁਣ ਦੁਬਾਰਾ ਨਹੀਂ ਆਣੇ। ਜਿਹੜਾ ਗੁਜ਼ਰ ਗਿਆ ਉਹ ਦੌਰ ਆਉਣਾ ਨਹੀਂ ਹੈ ਵਾਪਸ। ਤੇ ਫਿਰ ਅਸੀਂ ਮਿਲਦੇ ਹਾਂ ਕਿਸੇ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਅੱਲਾ ਦਾ ਵਾਸਤਾ ਜੇ ਤੁਹਾਨੂੰ ਚੰਗਾ ਲੱਗੇ ਤੇ ਤੁਸੀਂ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਖੁਦਾ ਨੂੰ ਮੰਨੋ, ਲਾਈਕ ਤੇ ਕਰ ਦਿਆ ਕਰੋ। ਤੁਸੀਂ ਇੰਨੀ ਕੰਜੂਸੀ ਕਿਉਂ ਕਰਦੇ ਹੋ ਮੈਨੂੰ ਨਹੀਂ ਸਮਝ ਲੱਗਦੀ। ਫਿਰ ਮਿਲਦੇ ਹਾਂ ਕਿਸੇ ਇੱਕ ਨਵੀਂ ਯਾਦ ਦੇ ਨਾਲ ਤੇ ਨਵੀਂ ਗੱਲ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।